ਸ੍ਰੀ ਵਾਹਿਗੁਰੂ ਸਾਹਿਬ ਜੀ। ਪਿਰਥੀ ਮਲ ਤੁਲਸਾ ਭੱਲਾ, ਮੱਲਣ ਗੁਰ ਸੇਵਾ ਹਿਤਕਾਰੀ। ਰਾਮੂ ਦੀਪਾ ਉਗਰ ਸੈਣ, ਨਾਗੌਰੀ ਗੁਰ ਸ਼ਬਦ ਵਿਚਾਰੀ। ਮੋਹਨ ਰਾਮੂ ਮਹਿਤਿਆ, ਅਮਰੂ ਗੋਪੀ ਹਉਮੈ ਮਾਰੀ। ਸਾਹਾਰੂ ਗੰਗੂ ਭੱਲੇ, ਭਾਗੂ ਭਗਤ ਭਗਤ ਹੈ ਪਿਆਰੀ। ਖਾਨ ਸ਼ੁਰਾ ਤਾਰੂ ਤਰੇ, ਵੇਗਾ ਪਾਸੀ ਕਰਣੀ ਸਾਰੀ। ਉਗਰੂ ਨੰਦੂ ਸੂਦਨਾ, ਪੂਰੋ ਝੱਟਾ ਪਾਰ ਉਤਾਰੀ। ਮੱਲੀਆ ਸਹਾਰੂ ਭਲੇ, ਸ਼ੀਂਬੇ ਗੁਰ ਦਰਗਹਿ ਦਰਬਾਰੀ। ਪਾਂਦਾ ਬੂਲਾ ਜਾਣੀਐ, ਗੁਰਬਾਣੀ ਗਾਇਣ ਲੇਖਾਰੀ। ਡੱਲੇ ਵਾਸੀ ਸੰਗਤ ਭਾਰੀ, ਡੱਲੇ ਵਾਸੀ ਸੰਗਤ ਭਾਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਸ਼ਲ, ਕਰੁਣਾ ਨਿਧਾਨ। ਦੀਨਾ ਬੰਧੂ ਜੋਤੀ ਸਵੈਰੂਪ, ਚਵਰ ਛਤਰ ਤਖਤ ਦੇ ਮਾਲਕ, ਦਸਾਂ ਪਾਤਸ਼ਾਹੀਆਂ ਦੀ ਜੋਤ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਮੁਕੱਦਸ ਹਜ਼ੂਰੀ ਦੇ ਅੰਦਰ ਹਾਜ਼ਰੀਆਂ ਭਰ ਰਹੀ ਸਤਿਗੁਰੂ ਦੀ ਸਾਜੀ ਨਿਵਾਜੀ ਗੁਰੂ ਰੂਪ ਸਾਧ ਸੰਗਤ ਜੀ, ਆਓ ਚਿੱਤ ਬਿਰਤੀਆਂ ਨੂੰ ਇਕਾਗਰ ਕਰਦਿਆਂ ਹੋਇਆਂ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੀ ਵਿਚਾਰ ਸਰਵਣ ਕਰੀਏ। ਸੋ 11ਵੀਂ ਵਾਰ ਦੀ 16ਵੀਂ ਪੌੜੀ ਦਾ ਪਾਠ ਆਪ ਜੀ ਨੇ ਸਰਵਣ ਕੀਤਾ ਹੈ। ਇਸ 16ਵੀਂ ਪੌੜੀ ਦੇ ਅੰਦਰ ਭਾਈ ਗੁਰਦਾਸ ਸਾਹਿਬ ਜੀ ਨੇ ਤੀਸਰੇ ਪਾਤਸ਼ਾਹ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਸਿੱਖਾਂ ਦਾ ਜ਼ਿਕਰ ਕੀਤਾ ਹੈ। ਤੇ ਇਸ ਪੌੜੀ ਵਿੱਚ ਜਿਹੜੇ ਸਿੱਖਾਂ ਦਾ ਨਾਵਾਂ ਦਾ ਜ਼ਿਕਰ ਕੀਤਾ ਹੈ, ਇਹ ਸਾਰੇ ਡੱਲਾ ਵਾਸੀ ਸਨ। ਸੁਲਤਾਨਪੁਰ ਦੇ ਨੇੜੇ ਡੱਲਾ ਨਗਰ ਹੈ। ਬਹੁਤ ਸਿੱਖ ਹੋਏ ਹੈ ਇਸ ਨਗਰ ਦੇ ਡੱਲੇ ਦੇ, ਜਿਨ੍ਹਾਂ ਨੇ ਸਿੱਖੀ ਕਮਾਈ ਔਰ ਸਤਿਗੁਰੂ ਪਾਤਸ਼ਾਹ ਜੀ ਤੋਂ ਰਹਿਮਤਾਂ ਪ੍ਰਾਪਤ ਕੀਤੀਆਂ। ਜਿਵੇਂ ਆਪਾਂ ਕੱਲ੍ਹ ਸਰਵਣ ਕੀਤਾ ਸੀ, ਭਾਈ ਪਾਰੋ ਜੁਲਕਾ ਜੀ ਜੋ ਪਰਮਹੰਸ ਹੋਏ ਹੈ, ਉਹ ਵੀ ਡੱਲੇ ਦੇ ਰਹਿਣ ਵਾਲੇ ਸਨ। ਸੋ ਭਾਈ ਗੁਰਦਾਸ ਸਾਹਿਬ ਜੀ ਡੱਲੇ ਵਾਸੀ ਗੁਰਸਿੱਖਾਂ ਦੇ ਨਾਵਾਂ ਦਾ ਜ਼ਿਕਰ ਕਰ ਰਹੇ ਹਨ। ਸ਼ਰਧਾ ਭਾਵਨਾ ਦੇ ਨਾਲ ਸਰਵਣ ਕਰੀਏ ਜੀ। ਵਾਹਿਗੁਰੂ ਜੀ। ਪਿਰਥੀ ਮਲ ਤੁਲਸਾ ਭੱਲਾ,
ਮੱਲਣ ਗੁਰ ਸੇਵਾ ਹਿਤਕਾਰੀ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਨੇ, ਭਾਈ ਪਿਰਥੀ ਮੱਲ ਤੇ ਭਾਈ ਤੁਲਸਾ ਇਹ ਦੋਵੇਂ ਭੱਲੇ ਸਨ। ਇਤਿਹਾਸ ਵਿੱਚ ਜ਼ਿਕਰ ਵੀ ਆਉਂਦਾ ਹੈ, ਭਾਈ ਪਿਰਥੀ ਮੱਲ ਤੇ ਭਾਈ ਤੁਲਸਾ ਭੱਲਾ ਜਦੋਂ ਸਤਿਗੁਰੂ ਅਮਰਦਾਸ ਮਹਾਰਾਜ ਜੀ ਦੇ ਦਰਸ਼ਨ ਕਰਨ ਆਏ, ਮੱਥਾ ਟੇਕ ਕੇ ਕੋਲ ਬਹਿ ਕੇ ਬੇਨਤੀ ਕੀਤੀ, ਕਹਿੰਦੇ ਮਹਾਰਾਜ ਤੁਸੀਂ ਵੀ ਭੱਲੇ ਹੋ ਤੇ ਅਸੀਂ ਵੀ ਭੱਲੇ ਹਾਂ। ਸਤਿਗੁਰੂ ਅਮਰਦਾਸ ਮਹਾਰਾਜ ਜੀ ਨੇ ਬਚਨ ਕੀਤੇ, ਪਾਤਸ਼ਾਹ ਜੀ ਕਹਿੰਦੇ ਗੁਰੂ ਦੀ ਕੋਈ ਜਾਤ ਨਹੀਂ ਹੈ, ਬਾਕੀ ਇਹ ਜਾਤਾਂ ਪਾਤਾਂ ਗੋਤਾਂ ਸਾਰੀਆਂ ਇੱਥੇ ਰਹਿ ਜਾਂਦੀਆਂ ਨੇ। ਨਾਲ ਹੀ ਸਤਿਗੁਰੂ ਅਮਰਦਾਸ ਜੀ ਨੇ ਗੁਰੂ ਨਾਨਕ ਸਾਹਿਬ ਦਾ ਬਚਨ ਸੁਣਾਇਆ, ਅੱਗੇ ਜਾਤ ਨਾ ਜੋਰ ਹੈ, ਅੱਗੇ ਜੀਓ ਨਵੇ, ਜਿਨ ਕੀ ਲੇਖੈ ਪਤ ਪਵੈ ਚੰਗੇ ਸੇਈ ਕੇ। ਮਹਾਰਾਜ ਕਹਿੰਦੇ ਇਹ ਜਾਤਾਂ ਪਾਤਾਂ ਇੱਥੇ ਰਹਿ ਜਾਂਦੀਆਂ ਨੇ, ਅੱਗੇ ਰੱਬੀ ਦਰਗਾਹ ਵਿੱਚ ਇਹਨਾਂ ਨੂੰ ਕੋਈ ਨਹੀਂ ਪੁੱਛਦਾ, ਉੱਥੇ ਤਾਂ ਨਵਿਆਂ ਦੇ ਨਾਲ ਵਾਹ ਪੈਂਦਾ ਹੈ। ਜਿਨ ਕੀ ਲੇਖੈ ਪਤ ਪਵੈ ਚੰਗੇ ਸੇਈ ਕੇ, ਜਿਨ੍ਹਾਂ ਦੀ ਇੱਜ਼ਤ ਪਤ ਲੇਖੇ ਪੈ ਗਈ ਉਹੀ ਚੰਗੇ ਹੈ। ਸੋ ਸਤਿਗੁਰੂ ਨੇ ਇਹਨਾਂ ਨੂੰ ਉਪਦੇਸ਼ ਦੇ ਕੇ ਨਿਹਾਲ ਕੀਤਾ। ਭਾਈ ਮਨੀ ਸਿੰਘ ਸਾਹਿਬ ਜੀ ਨੇ ਜ਼ਿਕਰ ਕੀਤਾ ਹੈ, 11ਵੀਂ ਵਾਰ ਦਾ ਟੀਕਾ ਕਰਦਿਆਂ ਇਹ ਜਿਹੜੀ 16ਵੀਂ ਪੌੜੀ ਹੈ, ਸਤਿਗੁਰੂ ਅਮਰਦਾਸ ਮਹਾਰਾਜ ਜੀ ਡੱਲੇ ਨਗਰ ਗਏ, ਸੱਚੇ ਪਾਤਸ਼ਾਹ ਨੇ ਉੱਥੇ ਚਰਨ ਪਾਏ ਤੇ ਇਹ ਸਾਰੇ ਹੀ ਸਿੱਖ ਮਹਾਰਾਜ ਸੱਚੇ ਪਾਤਸ਼ਾਹ ਦੇ ਕੋਲ ਆ ਕੇ ਨਤਮਸਤਕ ਹੋ ਕੇ ਮੱਥਾ ਟੇਕ ਕੇ ਕੋਲ ਬੈਠੇ, ਉਪਦੇਸ਼ ਦੀ ਜਾਚਨਾ ਕੀਤੀ। ਇਹਨਾਂ ਸਾਰਿਆਂ ਸਿੱਖਾਂ ਨੂੰ ਗੁਰੂ ਅਮਰਦਾਸ ਮਹਾਰਾਜ ਜੀ ਨੇ ਅੰਮ੍ਰਿਤਮਈ ਸਿੱਖਿਆ ਬਖਸ਼ੀ, ਗੁਰਸਿੱਖੀ ਦੀ ਦਾਤ ਬਖਸ਼ ਕੇ ਨਿਹਾਲ ਕੀਤਾ। ਸੋ ਇਹ ਸਾਰੇ ਡੱਲੇ ਵਾਸੀ ਹਨ। ਪਿਰਥੀ ਮੱਲ ਤੁਲਸਾ ਭੱਲਾ, ਮੱਲਣ ਗੁਰ ਸੇਵਾ ਹਿਤਕਾਰੀ। ਭਾਈ ਪਿਰਥੀ ਮੱਲ ਭਾਈ ਤੁਲਸਾ ਇਹ ਭੱਲੇ ਸਨ। ਇਸੇ ਤਰ੍ਹਾਂ ਭਾਈ ਮੱਲਣ ਇਹ ਬੜੇ ਪ੍ਰੇਮ ਦੇ ਨਾਲ ਗੁਰੂ ਦੀ ਸੇਵਾ ਕਰਿਆ ਕਰਦੇ ਸਨ। ਗੁਰ ਸੇਵਾ ਹਿਤਕਾਰੀ, ਸੇਵਾ ਕਰਨ ਦਾ ਇਹਨਾਂ ਨੂੰ ਚਾਅ ਹੁੰਦਾ ਸੀ। ਗੁਰੂ ਦਰਬਾਰ ਦੀ, ਸਤਿਗੁਰੂ ਦੀ ਸੰਗਤ ਦੀ ਸੇਵਾ ਬਹੁਤ ਭਾਵਨਾ ਦੇ ਨਾਲ, ਪਿਆਰ ਨਾਲ ਕਰਦੇ ਸਨ। ਰਾਮੂ ਦੀਪਾ ਉਗਰ ਸੈਣ, ਨਾ ਗੌਰੀ ਗੁਰ ਸ਼ਬਦ ਵਿਚਾਰੀ। ਇਹ ਚਾਰ ਸਿੱਖਾਂ ਦੇ ਨਾਮ ਨੇ, ਭਾਈ ਰਾਮੂ, ਭਾਈ ਦੀਪਾ, ਭਾਈ ਉਗਰ ਸੈਣ ਤੇ ਭਾਈ ਨਗੌਰੀ। ਇਹ ਵੀ ਮਹਾਰਾਜ ਗੁਰੂ ਅਮਰਦਾਸ ਦੇ ਸਿੱਖ ਹੋਏ ਹੈ। ਇਹ ਸਿੱਖ ਗੁਰ ਸ਼ਬਦ ਦੇ ਵਿਚਾਰਨ ਵਾਲੇ ਹੋਏ ਹੈ। ਗੁਰ ਸ਼ਬਦ ਦੀ ਵਿਚਾਰ ਕਰਕੇ ਤੇ ਆਪਣੇ ਮਨ ਵਿੱਚ ਧਾਰਦੇ ਉਹਦੇ ਮੁਤਾਬਕ ਚੱਲਿਆ ਕਰਦੇ ਸੀ। ਸੋ ਸ਼ਬਦ ਦੀ ਕਮਾਈ ਕਰਕੇ ਇਹਨਾਂ ਗੁਰਸਿੱਖਾਂ ਨੇ ਆਪਣੇ ਜੀਵਨ ਨੂੰ ਸਫਲ ਬਣਾਇਆ। ਸੋ ਇਹ ਸ਼੍ਰੀ ਗੁਰੂ ਪ੍ਰਤਾਪ ਸੂਰਜ ਗ੍ਰੰਥ ਦੇ ਵਿੱਚ ਵੀ ਕਵੀ ਭਾਈ ਸੰਤੋਖ ਸਿੰਘ ਨੇ ਇਹਨਾਂ ਸਿੱਖਾਂ ਦੇ ਨਾਮਾਂ ਦਾ ਜ਼ਿਕਰ ਕੀਤਾ ਹੈ। ਵਿਸਥਾਰ ਸਹਿਤ ਕਥਾ ਉੱਥੇ ਹੈ। ਸੋ ਜੇ ਆਪਾਂ 11ਵੀਂ ਵਾਰ ਦੀ ਇੱਥੇ ਗੱਲ ਕਰੀਏ, 300 ਤੋਂ ਵੱਧ ਸਿੱਖ ਨੇ ਜਿਨ੍ਹਾਂ ਦੇ ਨਾਮਾਂ ਦਾ ਭਾਈ ਗੁਰਦਾਸ ਨੇ ਜ਼ਿਕਰ ਕੀਤਾ ਹੈ। ਜੇ ਇੱਕ ਇੱਕ ਸਿੱਖ ਦੀ ਇੱਕ ਦਿਨ ਵਿੱਚ ਕਥਾ ਕਰੀਏ ਤਾਂ ਇੱਕ ਵਾਰ 'ਤੇ ਹੀ ਫਿਰ ਤਾਂ ਸਾਲ ਲੱਗ ਜਾਏਗਾ। ਸੋ ਇਸ ਲਈ ਬਿਲਕੁਲ ਸੰਖੇਪ ਦੇ ਵਿੱਚ ਆਪਾਂ ਵਿਚਾਰ ਕਰ ਰਹੇ ਹਾਂ। ਰਾਮੂ ਦੀਪਾ ਉਗਰ ਸੈਣ ਨਾ ਗੌਰੀ, ਗੁਰ ਸ਼ਬਦ ਵਿਚਾਰੀ। ਇਹ ਗੁਰ ਸ਼ਬਦ ਦੀ ਵਿਚਾਰ ਕਰਨ ਵਾਲੇ ਗੁਰਸਿੱਖ ਹੋਏ ਹੈ। ਮੋਹਨ ਰਾਮੂ ਮਹਿਤਿਆ, ਅਮਰੂ ਗੋਪੀ ਹਉਮੈ ਮਾਰੀ। ਭਾਈ ਮੋਹਨ, ਭਾਈ ਰਾਮੂ ਮਹਿਤਾ, ਭਾਈ ਅਮਰੂ ਤੇ ਭਾਈ ਗੋਪੀ, ਇਹਨਾਂ ਨੇ ਸਤਿਗੁਰੂ ਅਮਰਦਾਸ ਜੀ ਤੋਂ ਉਪਦੇਸ਼ ਦੀ ਜਾਚਨਾ ਕੀਤੀ। ਪਾਤਸ਼ਾਹ ਨੇ ਕਿਹਾ ਸ਼ਬਦ ਦੇ ਨਾਲ ਜੁੜ ਕੇ ਹਉਮੈ ਨੂੰ ਦੂਰ ਕਰੋ। ਹੰਕਾਰ ਹੀ ਜੜ ਹੈ ਤੇ ਜਦੋਂ ਇਹ ਦੂਰ ਹੋ ਜਾਵੇਗੀ, ਜੰਮਣ ਮਰਨ ਕੱਟਿਆ ਜਾਵੇਗਾ। ਇਹਨਾਂ ਗੁਰਸਿੱਖਾਂ ਨੇ ਸਤਿਗੁਰੂ ਦਾ ਉਪਦੇਸ਼ ਸੁਣ ਕੇ
ਹਉਮੈ ਆਪਣੇ ਅੰਦਰੋਂ ਮਾਰ ਮੁਕਾਈ। ਸਾਹਾਰੂ ਗੰਗੂ ਭੱਲੇ, ਭਾਗੂ ਭਗਤ ਭਗਤ ਹੈ ਪਿਆਰੀ। ਭਾਈ ਸਾਹਾਰੂ ਤੇ ਭਾਈ ਗੰਗੂ ਇਹ ਵੀ ਭੱਲੇ ਸਨ। ਇਹਨਾਂ ਨੇ ਵੀ ਸਤਿਗੁਰੂ ਤੋਂ ਸਿੱਖੀ ਧਾਰਨ ਕੀਤੀ, ਗੁਰੂ ਅਮਰਦਾਸ ਜੀ ਤੋਂ। ਭਾਗੂ ਭਗਤ, ਭਾਈ ਭਾਗੂ ਭਗਤ ਨੂੰ ਸਤਿਗੁਰੂ ਦੀ ਭਗਤੀ ਬਹੁਤ ਪਿਆਰੀ ਲੱਗਦੀ ਸੀ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਭਗਤ ਹੈ ਪਿਆਰੀ, ਇਹਨਾਂ ਨੂੰ ਭਗਤੀ ਪਿਆਰੀ ਲੱਗਦੀ ਸੀ, ਇਸ ਲਈ ਭਗਤੀ ਕਰਕੇ ਇਹਨਾਂ ਦਾ ਉਧਾਰ ਹੋਇਆ। ਖਾਨ ਸ਼ੁਰਾ ਤਾਰੂ ਤਰੇ, ਵੇਗਾ ਪਾਸੀ ਕਰਨੀ ਸਾਰੀ। ਭਾਈ ਖਾਨ ਸ਼ੁਰਾ ਤੇ ਭਾਈ ਤਾਰੂ ਇਹ ਭਗਤੀ ਕਰਕੇ, ਬੰਦਗੀ ਕਰਕੇ ਸੰਸਾਰ ਤੋਂ ਤਰੇ ਹੈ। ਵੇਗਾ ਪਾਸੀ ਕਰਨੀ ਸਾਰੀ, ਇਸੇ ਤਰ੍ਹਾਂ ਭਾਈ ਵੇਗਾ ਪਾਸੀ ਇਹਨਾਂ ਦੀ ਸ੍ਰੇਸ਼ਟ ਕਰਨੀ ਸੀ। ਸ੍ਰੇਸ਼ਟ ਕਰਨੀ ਕਿਹੜੀ ਹੁੰਦੀ ਹੈ? ਭਗਤੀ। ਭਗਤੀ ਕਰਨੀ, ਨਾਮ ਜਪਣਾ, ਪਰਉਪਕਾਰ ਕਰਨਾ, ਸੇਵਾ ਸਿਮਰਨ ਦੇ ਵਿੱਚ ਸਮਾਂ ਬਤੀਤ ਕਰਨਾ, ਧਰਮ ਦੀ ਕਿਰਤ ਕਰਨੀ। ਸੋ ਇਸ ਤਰ੍ਹਾਂ ਇਹ ਸ੍ਰੇਸ਼ਟ ਕਰਨੀ ਕਰਕੇ ਵੇਗਾ ਪਾਸੀ ਨੇ ਆਪਣੇ ਜੀਵਨ ਨੂੰ ਸਫਲ ਬਣਾਇਆ। ਉਗਰੂ ਨੰਦੂ ਸੂਦਨਾ, ਪੂਰੋ ਝੱਟਾ ਪਾਰੇ ਉਤਾਰੀ। ਭਾਈ ਉਗਰੂ, ਭਾਈ ਨੰਦੂ, ਭਾਈ ਸੂਦਨਾ ਤੇ ਭਾਈ ਪੂਰੋ ਝੱਟਾ ਪਾਰ ਉਤਾਰੀ। ਇਹ ਵੀ ਗੁਰੂ ਦੀ ਕਿਰਪਾ ਦੇ ਨਾਲ ਇਹਨਾਂ ਦਾ ਵੀ ਸੰਸਾਰ ਤੋਂ ਪਾਰ ਉਤਾਰਾ ਹੋਇਆ। ਗੁਰੂ ਅਮਰਦਾਸ ਜੀ ਦੀ ਰਹਿਮਤ ਦੇ ਨਾਲ ਆਪ ਵੀ ਤਰੇ ਤੇ ਹੋਰਾਂ ਨੂੰ ਵੀ ਸੰਸਾਰ ਤੋਂ ਤਾਰਨ ਵਾਲੇ ਇਹ ਹੋਏ ਹੈ। ਐਸੇ ਬੰਦਗੀ ਵਾਲੇ, ਸਿਮਰਨ ਵਾਲੇ ਇਹ ਸਿੱਖ ਸਨ। ਮਲੀਆ ਸਹਾਰੂ ਭਲੇ ਸ਼ੀਂਬੇ, ਗੁਰ ਦਰਗਹਿ ਦਰਬਾਰੀ। ਭਾਈ ਮਲੀਆ ਤੇ ਭਾਈ ਸਹਾਰੂ ਇਹ ਸ਼ੀਂਬੇ ਸਨ, ਭਲੇ ਸਿੱਖ ਸਨ ਗੁਰੂ ਕੇ ਪਿਆਰੇ। ਮਲੀਆ ਸਹਾਰੂ ਭਲੇ ਸ਼ੀਂਬੇ, ਗੁਰ ਦਰਗਹਿ ਦਰਬਾਰੀ। ਜੇ ਆਪਾਂ ਚਾਲ ਨਾ ਪੜ੍ਹੀਏ ਤਾਂ ਵਿਸ਼ਰਾਮ ਇਸ ਤਰ੍ਹਾਂ ਆਵੇਗਾ, ਮਲੀਆ ਸਹਾਰੂ ਭਲੇ ਸ਼ੀਂਬੇ, ਗੁਰ ਦਰਗਹਿ ਦਰਬਾਰੀ। ਸੋ ਸੰਸਾਰੀ ਜਾਤ ਕਰਕੇ ਇਹ ਸ਼ੀਂਬੇ ਸਨ, ਭਲੇ ਸਿੱਖ ਸਨ ਸਤਿਗੁਰੂ ਅਮਰਦਾਸ ਮਹਾਰਾਜ ਜੀ ਦੇ, ਔਰ ਗੁਰੂ ਦਰਬਾਰ ਦੇ ਦਰਬਾਰੀ ਸਨ ਸਤਿਗੁਰੂ ਅਮਰਦਾਸ ਜੀ ਦੇ। ਸੋ ਇਹਨਾਂ ਦੀ ਵੀ ਕਲਿਆਣਤਾ ਹੋਈ ਹੈ। ਪਾਂਦਾ ਬੂਲਾ ਜਾਣੀਐ, ਗੁਰਬਾਣੀ ਗਾਇਣ ਲੇਖਾਰੀ। ਭਾਈ ਪਾਂਦਾ ਤੇ ਭਾਈ ਬੂਲਾ ਇਹ ਗੁਰੂ ਕੇ ਪਿਆਰੇ ਸਿੱਖ ਜਾਣੇ ਜਾਂਦੇ ਹੈ। ਗੁਰਬਾਣੀ ਗਾਉਣ ਵਾਲੇ ਤੇ ਗੁਰਬਾਣੀ ਲਿਖਣ ਵਾਲੇ ਇਹ ਲਿਖਾਰੀ ਸਿੱਖ ਹੋਏ ਹੈ। ਗੁਰੂ ਅਮਰਦਾਸ ਮਹਾਰਾਜ ਜੀ ਨੂੰ ਭਾਈ ਪਾਂਦਾ ਤੇ ਭਾਈ ਬੂਲਾ ਨੇ ਬੇਨਤੀ ਕੀਤੀ, ਮਹਾਰਾਜ ਸਾਡਾ ਭਲਾ ਕਿਵੇਂ ਹੋਵੇ, ਕਿਰਪਾ ਕਰੋ, ਉਪਦੇਸ਼ ਦੇਵੋ। ਤਾਂ ਸਤਿਗੁਰੂ ਮਹਾਰਾਜ ਜੀ ਨੇ ਕਿਰਪਾ ਕੀਤੀ ਸੀ। ਮਹਾਰਾਜ ਕਹਿੰਦੇ ਤੁਸੀਂ ਗੁਰਬਾਣੀ ਦੇ ਸ਼ਬਦ ਗਾਇਆ ਕਰੋ, ਕੀਰਤਨ ਕਰਿਆ ਕਰੋ, ਤੇ ਨਾਲੇ ਸਮਾਂ ਜਦੋਂ ਮਿਲੇ ਗੁਰਬਾਣੀ ਲਿਖਿਆ ਕਰੋ। ਗੁਰਬਾਣੀ ਦੀਆਂ ਪੋਥੀਆਂ, ਗੁਰਬਾਣੀ ਦੀਆਂ ਪੋਥੀਆਂ ਲਿਖ ਕਰਕੇ ਗੁਰਸਿੱਖਾਂ ਨੂੰ ਦਿਆ ਕਰੋ। ਉਹ ਬਾਣੀ ਪੜ੍ਹਿਆ ਕਰਨਗੇ, ਉਹਨਾਂ ਦਾ ਵੀ ਭਲਾ ਤੇ ਤੁਹਾਡਾ ਵੀ ਭਲਾ। ਪਹਿਲਾਂ ਗੁਰੂ ਕੇ ਸਿੱਖ ਬਹੁਤ ਗੁਰਬਾਣੀ ਲਿਖ ਕਰਕੇ ਪੋਥੀਆਂ ਵੰਡਦੇ ਸੀ, ਸੇਵਾ ਕਰਿਆ ਕਰਦੇ ਸਨ। ਕਿਉਂਕਿ ਅੱਜ ਵਾਲਾ ਜ਼ਮਾਨਾ ਨਹੀਂ ਸੀ, ਪ੍ਰੈਸ ਨਹੀਂ ਸੀ। ਹੁਣ ਤਾਂ ਗੁਰਬਾਣੀ ਦੀਆਂ ਪੋਥੀਆਂ ਪ੍ਰੈਸ ਦੇ ਵਿੱਚ ਛਪ ਕੇ ਆਉਂਦੀਆਂ ਹਨ, ਸਾਡੇ ਤੱਕ ਪੁੱਜਦੀਆਂ ਹਨ। ਪਰ ਉਦੋਂ ਗੁਰਸਿੱਖ ਹੱਥਾਂ ਦੇ ਨਾਲ ਇਹ ਸੇਵਾ ਕਰਿਆ ਕਰਦੇ ਸਨ। ਅੱਜ ਵੀ ਆਪਾਂ ਹੱਥ ਲਿਖਤ ਗੁਰਬਾਣੀ ਦੀਆਂ ਪੋਥੀਆਂ ਦੇ ਦਰਸ਼ਨ ਕਰਦੇ ਹਾਂ। ਹੱਥ ਲਿਖਤ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਸਵਰੂਪਾਂ ਦੇ ਦਰਸ਼ਨ ਕਰਦੇ ਹਾਂ। ਅੱਜ ਵੀ ਭਾਵਨਾ ਵਾਲੇ ਗੁਰਸਿੱਖ ਹੱਥਾਂ ਦੇ ਨਾਲ ਗੁਰਬਾਣੀ ਲਿਖਦੇ ਹੈ। ਪਰ ਗੁਰਬਾਣੀ ਲਿਖਣ ਦਾ ਜੋ ਵਿਧੀ ਵਿਧਾਨ ਉਹਨਾਂ ਨੂੰ ਚੰਗੀ ਤਰ੍ਹਾਂ ਪਤਾ ਹੋਣਾ ਚਾਹੀਦਾ ਹੈ। ਔਰ ਫਿਰ ਜਿਨ੍ਹਾਂ ਨੇ ਗੁਰਬਾਣੀ ਦੀ ਸੰਥਿਆ ਕੀਤੀ ਹੋਵੇ ਉਹ ਗੁਰਮੁਖ ਪਿਆਰੇ ਹੋਣ ਲਿਖਣ ਵਾਲੇ, ਔਰ ਇੱਕ ਇੱਕ ਲਗ ਮਾਤਰਾ ਬੜੇ ਧਿਆਨ ਦੇ ਨਾਲ ਲਿਖਣ।
ਲਿਖਣ ਤੋਂ ਬਾਅਦ ਫਿਰ ਦੁਬਾਰਾ ਗੁਰਬਾਣੀ ਪੜ੍ਹ ਕੇ ਤੇ ਗੁਰੂ ਸਾਹਿਬ ਦੀ ਪਵਿੱਤਰ ਬਾਣੀ ਦੇ ਦਰਸ਼ਨ ਕਰਨ ਕਿ ਕਿਤੇ ਕੋਈ ਲਗ ਮਾਤਰਾ, ਕੋਈ ਅੱਖਰ ਸਾਥੋਂ ਰਹਿ ਤੇ ਨਹੀਂ ਗਿਆ। ਜੇ ਕੋਈ ਲਗ ਮਾਤਰਾ ਅੱਖਰ ਰਹਿ ਗਿਆ ਹੋਵੇ ਉਹਨੂੰ ਦੁਬਾਰਾ ਫਿਰ ਸੋਧ ਲੈਣ। ਸੋ ਇਸ ਤਰ੍ਹਾਂ ਇਹ ਗੁਰਸਿੱਖ ਭਾਈ ਪਾਂਧਾ ਤੇ ਭਾਈ ਬੂਲਾ ਸਤਿਗੁਰੂ ਦੇ ਪਿਆਰੇ ਸਿੱਖ ਜਾਣੇ ਜਾਂਦੇ ਹੈ। ਗੁਰਬਾਣੀ ਲਿਖਦੇ ਸੀ ਔਰ ਗੁਰਬਾਣੀ ਦਾ ਕੀਰਤਨ ਕਰਕੇ ਗੁਰਸਿੱਖਾਂ ਦੀ ਸੇਵਾ ਕਰਿਆ ਕਰਦੇ ਸਨ। ਇਸ ਤਰ੍ਹਾਂ ਇਹਨਾਂ ਦਾ ਭਲਾ ਹੋਇਆ। ਡੱਲੇ ਵਾਸੀ ਸੰਗਤ ਭਾਰੀ, ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਹੈ ਇਹ ਡੱਲੇ ਵਾਸੀਆਂ ਦੀ ਗੁਰੂ ਕੀ ਭਾਰੀ ਸੰਗਤ ਸੀ, ਜਿਨ੍ਹਾਂ ਨੇ ਗੁਰੂ ਅਮਰਦਾਸ ਜੀ ਤੋਂ ਸਿੱਖੀ ਧਾਰਨ ਕੀਤੀ ਔਰ ਪਿਆਰੇ ਸਿੱਖ ਬਣ ਕੇ ਆਪਣੇ ਜੀਵਨ ਨੂੰ ਸਫਲ ਬਣਾਇਆ। ਸੋ ਇਸ ਤੋਂ ਅੱਗੇ ਹੁਣ ਭਾਈ ਗੁਰਦਾਸ ਸਾਹਿਬ ਜੀ 17ਵੀਂ ਪੌੜੀ ਦੇ ਵਿੱਚ ਚੌਥੀ ਪਾਤਸ਼ਾਹੀ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਜਿਹੜੇ ਪਿਆਰੇ ਸਿੱਖ ਹੋਏ ਹੈ ਉਹਨਾਂ ਦਾ ਜ਼ਿਕਰ ਕਰ ਰਹੇ ਹੈ। ਸਨਮੁਖ ਭਾਈ ਤੀਰਥਾ, ਸੱਬਰਵਾਲ ਸਭੇ ਸਿਰਦਾਰਾ। ਭਾਈ ਗੁਰਦਾਸ ਸਾਹਿਬ ਜੀ ਫਰਮਾਉਂਦੇ ਗੁਰਸਿੱਖੋ ਹੋਰ ਸੁਣੋ, ਭਾਈ ਤੀਰਥਾ ਤੇ ਸੱਬਰਵਾਲ ਦੇ ਸਾਰੇ ਜਿਹੜੇ ਸਰਦਾਰ ਮੁਖੀ ਇਹ ਸਨਮੁਖ ਸਿੱਖ ਹੋਏ ਹੈ। ਖੁਖਰਾਣਾ ਦੇ ਵਿੱਚੋਂ ਇੱਕ ਖੱਤਰੀਆਂ ਦੀ ਇਹ ਜਾਤ ਹੈ ਸੱਬਰਵਾਲ। ਫਿਰ ਅੱਗੇ ਕਈ ਰੂਪ ਬਣ ਜਾਂਦੇ ਹੈ। ਖੈਰ ਭਾਈ ਤੀਰਥਾ ਸੱਬਰਵਾਲ ਦੇ ਜਿੰਨੇ ਸਰਦਾਰ ਮੁਖੀ ਸਿੱਖ ਹੋਏ ਹੈ ਇਹ ਸਨਮੁਖ ਸੀ। ਸਨਮੁਖ ਦਾ ਭਾਵ ਹੁੰਦਾ ਜਿਹੜੇ ਗੁਰੂ ਦੇ ਸਨਮੁਖ ਰਹਿ ਕੇ ਸਤਿਗੁਰੂ ਦੀ ਸਿੱਖਿਆ ਉਪਦੇਸ਼ ਨੂੰ, ਗੁਰਬਾਣੀ ਨੂੰ ਸੁਣ ਕੇ ਉਹਦੇ ਮੁਤਾਬਕ ਚੱਲਦੇ ਹੈ, ਉਹਨਾਂ ਨੂੰ ਸਨਮੁਖ ਕਿਹਾ। ਦੂਜੇ ਹੁੰਦੇ ਬੇਮੁਖ, ਕਿ ਗੁਰੂ ਨੂੰ ਪਿੱਠ ਦੇ ਕੇ ਆਪਣੀ ਮਨਮਰਜ਼ੀ ਨਾਲ ਚੱਲਦੇ ਹੈ। ਸੋ ਇਹ ਸਿੱਖ ਜਿੰਨੇ ਵੀ ਨੇ ਨਾ, ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਜਿਨ੍ਹਾਂ ਦਾ ਮੈਂ ਜ਼ਿਕਰ ਕਰ ਰਿਹਾ ਇਹ ਸਨਮੁਖ ਸਿੱਖ ਹਨ, ਗੁਰੂ ਸਾਹਿਬ ਦੇ ਸਨਮੁਖ ਰਹਿ ਕੇ ਕਮਾਈ ਕਰਨ ਵਾਲੇ। ਪੂਰੋ ਮਾਣਕ ਚੰਦ ਹੈ, ਬਿਸ਼ਨ ਦਾਸ ਪਰਵਾਰ ਸਧਾਰਾ। ਭਾਈ ਪੂਰੋ, ਭਾਈ ਮਾਣਕ ਚੰਦ ਤੇ ਭਾਈ ਬਿਸ਼ਨ ਦਾਸ ਇਹ ਸਮੇਤ ਪਰਿਵਾਰ ਦੇ ਸੁਧਰੇ ਹੋਏ ਸਿੱਖ ਸਨ। ਭਾਵ ਜਿੱਥੇ ਇਹਨਾਂ ਨੇ ਆਪ ਕਮਾਈ ਕੀਤੀ ਉੱਥੇ ਇਹਨਾਂ ਨੇ ਆਪਣੇ ਪਰਿਵਾਰ ਨੂੰ ਵੀ ਗੁਰਸਿੱਖ ਬਣਾਇਆ। ਧੀਆਂ ਪੁੱਤਰ ਸਾਰਾ ਪਰਿਵਾਰ ਸਾਰਿਆਂ ਨੂੰ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਦੀ ਸ਼ਰਨ ਵਿੱਚ ਲੈ ਕੇ ਆਏ ਅਤੇ ਜਿੱਥੇ ਆਪ ਸਿੱਖੀ ਧਾਰਨ ਕੀਤੀ ਉੱਥੇ ਪਰਿਵਾਰ ਨੂੰ ਵੀ ਸਿੱਖੀ ਧਾਰਨ ਕਰਵਾਈ। ਸੋ ਇਸ ਤਰ੍ਹਾਂ ਇਹ ਸਾਰੇ ਪਰਿਵਾਰ ਸਮੇਤ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਸਧਾਰਾ ਤੋਂ ਭਾਵ ਸੁਧਰੇ ਹੋਏ। ਸੁਧਰੇ ਹੋਏ ਦਾ ਭਾਵ ਹੁੰਦਾ ਜਿਨ੍ਹਾਂ ਦਾ ਜੀਵਨ ਉੱਚਾ ਸੁੱਚਾ ਹੋਵੇ, ਜੀਵਨ ਵਿੱਚ ਕੋਈ ਐਬ ਨਹੀਂ, ਕੋਈ ਔਗਣ ਨਹੀਂ, ਨਿੰਦਿਆ ਚੁਗਲੀ ਈਰਖਾ ਤੋਂ ਦੂਰ, ਨਾਮ ਦੀ ਕਮਾਈ ਕਰਕੇ ਵਿਕਾਰਾਂ ਨੂੰ ਜਿਨ੍ਹਾਂ ਜਿੱਤ ਲਿਆ, ਐਸਾ ਜੀਵਨ ਸੁਧਰਿਆ ਸਵਾਰਿਆ। ਸੋ ਪਰਿਵਾਰ ਸਮੇਤ ਭਾਈ ਪੂਰੋ, ਭਾਈ ਮਾਣਕ ਚੰਦ ਤੇ ਭਾਈ ਬਿਸ਼ਨ ਦਾਸ ਇਹਨਾਂ ਨੇ ਪਰਿਵਾਰ ਸਮੇਤ ਸਿੱਖੀ ਧਾਰਨ ਕੀਤੀ। ਪੁਰਖ ਪਦਾਰਥ ਜਾਣੀਐ, ਤਾਰੂ ਭਾਰੂ ਦਾਸ ਦੁਆਰਾ। ਭਾਈ ਤਾਰੂ ਤੇ ਭਾਈ ਭਾਰੂ ਇਹ ਗੁਰੂ ਰਾਮਦਾਸ ਮਹਾਰਾਜ ਦੇ ਦਰ ਦੇ ਸੇਵਕ ਹੋਏ ਹੈ ਅਤੇ ਇਹਨਾਂ ਨੇ ਸਿੱਖੀ ਦੀ ਕਮਾਈ ਕੀਤੀ, ਸ਼ਬਦ ਦਾ ਅਭਿਆਸ ਕੀਤਾ। ਪੁਰਖ ਪਦਾਰਥ ਜਾਣੀਐ, ਪੁਰਖ ਪਰਮਾਤਮਾ ਅਤੇ ਪਦਾਰਥ ਜੋ ਮਾਇਆ ਹੈ ਉਹਨੂੰ ਚੰਗੀ ਤਰ੍ਹਾਂ ਇਹਨਾਂ ਨੇ ਜਾਣਿਆ, ਸੋਝੀ ਪ੍ਰਾਪਤ ਕੀਤੀ ਕਿ ਅਕਾਲ ਪੁਰਖ ਪਰਮਾਤਮਾ ਇੱਕ ਹੈ, ਉਹ ਪੁਰਖ ਹੈ, ਬਾਕੀ ਸਾਰੇ ਜਿੰਨੇ ਵੀ ਨੇ ਉਹਦੀਆਂ ਨਾਰ ਇਸਤਰੀਆਂ ਹਨ। ਸੋ ਮਾਇਆ ਨੂੰ ਅਤੇ ਪੁਰਖ ਪਰਮਾਤਮਾ ਨੂੰ ਚੰਗੀ ਤਰ੍ਹਾਂ ਇਹਨਾਂ ਗੁਰਸਿੱਖਾਂ ਨੇ ਜਾਣਿਆ। ਕੁਝ ਸਿੱਖ ਐਸੇ ਨੇ ਜਿਨ੍ਹਾਂ ਦੇ ਨਾਂ ਦੁਬਾਰਾ ਆਉਣਗੇ। ਇੱਕ ਨਾਮ ਦੇ ਕਈ ਗੁਰੂ ਕੇ ਸਿੱਖ ਹੋਏ ਹੈ। ਸੋ ਇਸ ਲਈ ਸਤਿਗੁਰੂ ਤੋਂ ਸਮੇਂ-ਸਮੇਂ ਜਿਨ੍ਹਾਂ ਨੇ ਸਿੱਖੀ ਧਾਰਨ ਕੀਤੀ ਅਤੇ ਆਪਣੇ ਜੀਵਨ ਨੂੰ ਸਫਲਿਆਂ ਬਣਾਇਆ। ਭਾਈ ਤਾਰੂ, ਭਾਈ ਭਾਰੂ ਸਤਿਗੁਰੂ ਰਾਮਦਾਸ ਜੀ ਦੇ ਦਰ ਦੇ ਇਹ ਦਾਸ ਸੇਵਕ ਸਨ। ਦਾਸਾ ਭਾਵ ਧਾਰ ਕੇ ਸੇਵਾ ਕਰਦੇ ਰਹੇ।
ਪੁਰਖ ਪਰਮਾਤਮਾ ਨੂੰ ਤੇ ਪਦਾਰਥ ਜੋ ਮਾਇਆ ਹੈ, ਪ੍ਰਕਿਰਤੀ ਹੈ, ਇਸ ਨੂੰ ਚੰਗੀ ਤਰ੍ਹਾਂ ਇਹ ਜਾਣਦੇ ਸਨ। ਮਹਾਂਪੁਰਖ ਹੈ ਮਹਾਨੰਦ, ਵਿਧੀ ਚੰਦ ਬੁੱਧ ਬਿਮਲ ਵਿਚਾਰਾ। ਭਾਈ ਮਹਾਨੰਦ ਵੱਡੇ ਮਹਾਂਪੁਰਖ ਹੋਏ ਹੈ। ਮਹਾਂਪੁਰਖ, ਵੱਡੇ ਪੁਰਖ, ਜਿਨ੍ਹਾਂ ਦਾ ਜੀਵਨ ਬੰਦਗੀ ਸਿਮਰਨ ਕਰਕੇ ਤੇ ਪ੍ਰਭੂ ਦੇ ਨਾਲ ਅਭੇਦਤਾ ਵਾਲਾ ਹੋਇਆ ਹੈ, ਐਸੇ ਹੋਏ ਹੈ ਭਾਈ ਮਹਾਨੰਦ ਜੀ ਮਹਾਂਪੁਰਖ। ਵਿਧੀ ਚੰਦ ਬੁੱਧ ਬਿਮਲ ਵਿਚਾਰਾ। ਇਸੇ ਤਰ੍ਹਾਂ ਭਾਈ ਵਿਧੀ ਚੰਦ ਜੀ ਸ੍ਰੇਸ਼ਟ ਬੁੱਧੀ ਤੇ ਵਿਚਾਰਵਾਨ ਇਹ ਸਿੱਖ ਸਨ। ਇਹਨਾਂ ਦੀ ਬੁੱਧੀ ਵੀ ਬਿਮਲ ਉਜਲ ਤੇ ਇਹਨਾਂ ਦੇ ਵਿਚਾਰ ਵੀ ਬਹੁਤ ਉਜਲ ਸਨ, ਵਿਚਾਰ ਵੀ ਬਹੁਤ ਉੱਚੇ ਸਨ, ਔਰ ਬੁੱਧੀ ਵੀ ਇਹਨਾਂ ਦੀ ਪਵਿੱਤਰ ਸੀ। ਸੋ ਇਹ ਭਾਈ ਵਿਧੀ ਚੰਦ ਸਤਿਗੁਰੂ ਦੇ ਸਿੱਖ ਹੋਏ ਹੈ। ਬ੍ਰਾਹਮਣ ਦਾਸ ਹੈ ਖੋਟੜਾ, ਡੂੰਗਰ ਦਾਸ ਭਲੇ ਤਕਿਆਰਾ। ਇਸੇ ਤਰ੍ਹਾਂ ਭਾਈ ਬ੍ਰਹਮਦਾਸ ਗੁਰੂ ਰਾਮਦਾਸ ਮਹਾਰਾਜ ਦੇ ਸਿੱਖ ਹੋਏ ਹੈ। ਸੰਸਾਰੀ ਜਾਤ ਕਰਕੇ ਖੋਟੜਾ ਸਨ, ਖੋਟੜਾ ਜਾਤ ਸੀ ਇਹਨਾਂ ਦੀ। ਡੂੰਗਰ ਦਾਸ ਭਲੇ ਤਕਿਆਰਾ। ਤੇ ਡੂੰਗਰ ਦਾਸ ਇਹ ਤਕਿਆਰ ਗੋਤ ਦੇ ਸਨ ਤੇ ਸਤਿਗੁਰੂ ਮਹਾਰਾਜ ਜੀ ਦੇ ਭਲੇ ਸਿੱਖ ਸਨ। ਇਹਨਾਂ ਮਹਾਰਾਜ ਦੀ ਸਿੱਖੀ ਧਾਰਨ ਕਰਕੇ ਆਪਣੇ ਜੀਵਨ ਨੂੰ ਸਫਲ ਬਣਾਇਆ। ਦੀਪਾ ਜੇਠਾ ਤੀਰਥਾ, ਸਹਿਸਾਰੂ ਬੂਲਾ ਸਚਿਆਰਾ। ਭਾਈ ਦੀਪਾ, ਭਾਈ ਜੇਠਾ ਤੇ ਭਾਈ ਤੀਰਥਾ, ਔਰ ਇਸੇ ਤਰ੍ਹਾਂ ਭਾਈ ਸਹਿਸਾਰੂ ਤੇ ਭਾਈ ਬੂਲਾ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਹੈ ਇਹ ਪੰਜੇ ਗੁਰੂ ਕੇ ਸਿੱਖ ਬੜੇ ਸਚਿਆਰ ਹੋਏ ਹੈ। ਅਸੀਂ ਰੋਜ਼ ਜਪਜੀ ਸਾਹਿਬ ਵਿੱਚ ਪੜ੍ਹਦੇ ਹਾਂ, ਕਿਵ ਸਚਿਆਰਾ ਹੋਈਐ ਕਿਵ ਕੂੜੈ ਟੁੱਟੈ ਪਾਲ। ਤੇ ਜਵਾਬ ਸਤਿਗੁਰੂ ਕੀ ਦਿੰਦੇ ਹੈ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਸੋ ਰੱਬ ਦੀ ਰਜਾ ਦੇ ਵਿੱਚ ਰਹੇ, ਉਹਦੇ ਹੁਕਮ ਦੇ ਵਿੱਚ ਚੱਲੇ ਹੈ। ਸੋ ਇਹ ਬੜੇ ਸਚਿਆਰ ਸਿੱਖ ਹੋਏ ਹੈ, ਜਿਨ੍ਹਾਂ ਨੇ ਆਪਣੇ ਜੀਵਨ ਨੂੰ ਸਚਿਆਰ ਬਣਾਇਆ ਤੇ ਰੱਬੀ ਦਰਗਾਹ ਦੇ ਵਿੱਚ ਇਹ ਪੰਜੇ ਹੀ ਸਿੱਖ ਪ੍ਰਵਾਨ ਹੋਏ। ਮਾਈਆ ਜਾਪਾ ਜਾਣੀਅਨ, ਨਈਆ ਖੁੱਲਰ ਗੁਰੂ ਪਿਆਰਾ। ਭਾਈ ਮਾਈਆ, ਭਾਈ ਜਾਪਾ ਗੁਰੂ ਰਾਮਦਾਸ ਮਹਾਰਾਜ ਜੀ ਦੇ ਸਿੱਖ ਜਾਣੇ ਜਾਂਦੇ ਹੈ। ਤੇ ਭਾਈ ਨਈਆ ਇਹ ਖੁੱਲਰ ਗੋਤ ਦੇ ਸਨ। ਇਹ ਸਾਰੇ ਸਿੱਖ ਗੁਰੂ ਨੂੰ ਪਿਆਰੇ ਸਨ। ਗੁਰੂ ਪਿਆਰਾ ਅਥਵਾ ਇਹਨਾਂ ਸਿੱਖਾਂ ਨੂੰ ਸਤਿਗੁਰੂ ਪਿਆਰਾ ਹੈ। ਇਹ ਗੁਰੂ ਦੇ ਨਾਲ ਪਿਆਰ ਕਰਨ ਵਾਲੇ ਹੈ, ਗੁਰੂ ਦੇ ਨਾਲ ਮੁਹੱਬਤ ਕਰਨ ਵਾਲੇ ਹੈ। ਤੁਲਸਾ ਵਹੁਰਾ ਜਾਣੀਐ, ਗੁਰ ਉਪਦੇਸ਼ ਅਵੇਸ ਅਚਾਰਾ। ਭਾਈ ਤੁਲਸਾ ਇਹ ਵਹੁਰਾ ਜਾਤ ਦੇ ਸਨ। ਇਹ ਵੀ ਸਤਿਗੁਰੂ ਦੇ ਪਿਆਰੇ ਸਿੱਖ ਜਾਣੇ ਜਾਂਦੇ ਹੈ। ਗੁਰ ਉਪਦੇਸ਼ ਅਵੇਸ ਅਚਾਰਾ। ਇਹਨਾਂ ਨੇ ਗੁਰੂ ਦੇ ਉਪਦੇਸ਼ ਨੂੰ ਅਵੇਸ ਹਿਰਦੇ ਵਿੱਚ ਧਾਰਨ ਕੀਤਾ। ਅਵੇਸ ਦਾ ਅਰਥ ਹੁੰਦਾ ਪ੍ਰਵੇਸ਼ ਕਰਨਾ। ਗੁਰੂ ਦੀ ਸਿੱਖਿਆ, ਗੁਰੂ ਦੇ ਸ਼ਬਦ ਨੂੰ ਆਪਣੇ ਹਿਰਦੇ ਵਿੱਚ ਵਸਾਇਆ। ਤੇ ਅਚਾਰਾ ਤੇ ਵੱਡੇ ਅਚਾਰ, ਵੱਡੇ ਕਰਤੱਵ ਵਾਲੇ ਹੋਏ ਹੈ। ਜੀਵਨ ਦੇ ਕਰਤੱਵ ਇਹਨਾਂ ਦੇ ਬੜੇ ਭਲੇ ਸਨ। ਭਲੀ ਵਰਤੋਂ ਵਿਹਾਰ ਕਰਨ ਵਾਲਾ ਇਹ ਗੁਰੂ ਕਾ ਸਿੱਖ ਸੀ ਭਾਈ ਤੁਲਸਾ। ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਦੀ ਰਹਿਮਤ ਦੇ ਇਹ ਪਾਤਰ ਬਣੇ। ਸਤਿਗੁਰ ਸੱਚ ਸਵਾਰਨ ਹਾਰਾ। ਭਾਈ ਗੁਰਦਾਸ ਸਾਹਿਬ ਜੀ ਫਰਮਾਉਂਦੇ ਨੇ, ਸਤਿਗੁਰੂ ਜੀ ਸੱਚ ਦੇ ਲੜ ਲਾ ਕੇ ਸਾਰਿਆਂ ਨੂੰ ਸਵਾਰਨ ਵਾਲੇ। ਸੋ ਭਾਈ ਗੁਰਦਾਸ ਜੀ ਕਹਿੰਦੇ, ਜਿਨ੍ਹਾਂ ਜਿਨ੍ਹਾਂ ਇਹ ਸਿੱਖਾਂ ਦਾ ਮੈਂ ਜ਼ਿਕਰ ਕੀਤਾ ਹੈ, ਇਹ ਸਾਰੇ ਸਿੱਖ ਗੁਰੂ ਰਾਮਦਾਸ ਜੀ ਦੀ ਸ਼ਰਣੀ ਆਏ, ਉਪਦੇਸ਼ ਲਿਆ, ਸਿੱਖੀ ਧਾਰਨ ਕਰਕੇ ਤੇ ਇਹਨਾਂ ਨੇ ਆਪਣੇ ਜੀਵਨ ਨੂੰ ਸਵਾਰਿਆ। ਗੁਰੂ ਸਾਹਿਬ ਜੀ ਸੱਚੇ ਨਾਮ ਦੀ ਦਾਤ ਬਖਸ਼ ਕੇ ਸਿੱਖ ਦੇ ਜੀਵਨ ਨੂੰ ਸਵਾਰਨ ਵਾਲੇ ਹੈ, ਜੀਵਨ ਨੂੰ ਉੱਚਾ ਸੁੱਚਾ ਬਣਾ ਦਿੰਦੇ ਹੈ। ਹੁਣ ਇਸ ਤੋਂ ਅੱਗੇ 18ਵੀਂ ਪੌੜੀ ਦੇ ਵਿੱਚ ਭਾਈ ਗੁਰਦਾਸ ਸਾਹਿਬ ਜੀ
ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ। ਭਨ ਮਥੁਰਾ ਕਛ ਭੇਦ ਨਹੀਂ, ਗੁਰੇ ਅਰਜੁਨ ਪ੍ਰਤੱਖ ਹਰ। ਸਤਿਗੁਰੂ ਅਰਜਨ ਦੇਵ ਜੀ ਦੇ ਪਿਆਰ ਕਰਨ ਵਾਲੇ ਸਿੱਖਾਂ ਦੇ ਨਾਵਾਂ ਦਾ ਹੁਣ ਜ਼ਿਕਰ ਕਰ ਰਹੇ ਹੈ। ਪੁਰੀਆ ਚੂਹੜ ਚੌਧਰੀ, ਪੈੜਾ ਦਰਗਹਿ ਦਾਤਾ ਭਾਰਾ। ਭਾਈ ਪੁਰੀਆ ਤੇ ਭਾਈ ਚੂਹੜ ਇਹ ਚੌਧਰੀ ਸਨ। ਭਾਈ ਪੁਰੀਆ ਤੇ ਭਾਈ ਚੂਹੜ ਇਹਨਾਂ ਦਾ ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ। ਇਹ ਦੋਵੇਂ ਸਕੇ ਭਰਾ ਸਨ, ਭਾਈ ਪੁਰੀਆ ਤੇ ਭਾਈ ਚੂਹੜ। ਸਤਿਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪ੍ਰੇਮੀ ਸਿੱਖ ਹੋਏ ਐ। ਸਤਿਗੁਰੂ ਤੋਂ ਸਿੱਖੀ ਧਾਰਨ ਕੀਤੀ ਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਵੇਲੇ ਸ੍ਰੀ ਅੰਮ੍ਰਿਤਸਰ ਸਾਹਿਬ ਇਹਨਾਂ ਨੇ ਬਹੁਤ ਸੇਵਾ ਵਿੱਚ ਹਿੱਸਾ ਪਾਇਆ। ਜਦੋਂ ਸਤਿਗੁਰੂ ਨੇ ਸਰੋਵਰ ਪੱਕਾ ਕੀਤਾ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਸਿਰਜਣਾ ਕੀਤੀ, ਤਾਂ ਇਹਨਾਂ ਪਿਆਰੇ ਸਿੱਖਾਂ ਨੇ ਬਹੁਤ ਯੋਗਦਾਨ ਪਾਇਆ। ਤਨ ਮਨ ਧਨ ਦੇ ਨਾਲ ਸੇਵਾ ਕਰਕੇ ਜੀਵਨ ਨੂੰ ਸਫਲਾਇਆ। ਇੱਕ ਭਾਈ ਚੂਹੜ ਹੋਰ ਹੋਏ ਹੈ। ਉਹਨਾਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਨੇ ਲਖਨਊ ਭੇਜਿਆ ਸੀ। ਯੂਪੀ ਦੀ ਰਾਜਧਾਨੀ ਹੈ ਲਖਨਊ ਅੱਜ ਕੱਲ੍ਹ, ਅਤੇ ਉੱਥੇ ਮਹਾਰਾਜ ਸੱਚੇ ਪਾਤਸ਼ਾਹ ਨੇ ਭੇਜਿਆ ਸੀ। ਭਾਈ ਚੂਹੜ ਉੱਥੇ ਜਾ ਕੇ ਪ੍ਰਚਾਰ ਕਰਦੇ ਸਨ, ਪ੍ਰਚਾਰਕ ਸਨ। ਸ਼ਬਦ ਦੀ ਵਿਚਾਰ ਕਰਕੇ ਦੱਸਿਆ ਕਰਦੇ ਸੀ ਅਤੇ ਬਹੁਤ ਸਿੱਖੀ ਭਾਈ ਚੂਹੜ ਨੇ ਫੈਲਾਈ। ਉਹ ਭਾਈ ਚੂਹੜ ਹੋਰ ਹਨ। ਇਹ ਭਾਈ ਚੂਹੜ ਪੰਜਵੇਂ ਪਾਤਸ਼ਾਹ ਦੇ ਸਿੱਖ ਹੋਏ ਹੈ। ਪੁਰੀਆ ਚੂਹੜ ਚੌਧਰੀ, ਪੈੜਾ ਦਰਗਹਿ ਦਾਤਾ ਭਾਰਾ। ਭਾਈ ਗੁਰਦਾਸ ਜੀ ਕਹਿੰਦੇ ਇਹ ਤਿੰਨੇ ਸਿੱਖ, ਭਾਈ ਪੁਰੀਆ, ਭਾਈ ਚੂਹੜ ਇਹ ਚੌਧਰੀ ਸੀ, ਅਤੇ ਭਾਈ ਪੈੜਾ ਇਹ ਸਤਿਗੁਰੂ ਮਹਾਰਾਜ ਜੀ ਦੇ ਵੱਡੇ ਪਿਆਰੇ ਸਿੱਖ ਅਤੇ ਦਾਤੇ ਕਹੇ ਜਾਂਦੇ ਹੈ। ਇੱਕ ਕੋਈ ਲੋੜਵੰਦ ਹੁੰਦਾ ਸੀ, ਉਹਨੂੰ ਵਸਤਰ ਦੇਣੇ, ਕੋਈ ਭੁੱਖਾ ਉਹਨੂੰ ਭੋਜਨ ਛਕਾਉਣਾ, ਮਾਇਆ ਕਰਕੇ ਕਿਸੇ ਦੀ ਮਦਦ ਕਰਨੀ, ਇਉਂ ਇਹ ਵੱਡੇ ਦਾਤੇ ਕਹੇ ਜਾਂਦੇ ਹੈ ਮਹਾਰਾਜ ਪੰਜਵੇਂ ਪਾਤਸ਼ਾਹ ਦੇ ਸਿੱਖ। ਬਾਲਾ ਕਿਸਨਾ ਝਿੰਗਰਣ, ਪੰਡਤ ਰਾਏ ਸਭਾ ਸਿੰਗਾਰਾ। ਇਸੇ ਤਰ੍ਹਾਂ ਭਾਈ ਬਾਲਾ ਤੇ ਭਾਈ ਕਿਸਨਾ ਝਿੰਗਰਣ ਇਹ ਝਿੰਗਰ ਜਾਤੀ ਦੇ ਸਨ। ਬ੍ਰਾਹਮਣਾਂ ਦਾ ਇੱਕ ਗੋਤ ਹੈ, ਉਹਨੂੰ ਝਿੰਗਣ ਵੀ ਕਹਿੰਦੇ ਹੈ। ਝਿੰਗਰ ਵੀ ਅਤੇ ਝਿੰਗਣ ਵੀ ਲਿਖਿਆ ਝਿੰਗਰ ਮਿਲਦਾ ਹੈ, ਝਿੰਗਣ ਬੋਲਣ ਵਿੱਚ ਬਹੁਤ ਸਾਰੇ ਕਹਿੰਦੇ ਹੈ। ਸੋ ਇਹ ਬ੍ਰਾਹਮਣ ਸਨ। ਭਾਈ ਬਾਲਾ ਅਤੇ ਭਾਈ ਕਿਸਨਾ, ਪੰਡਤ ਰਾਏ ਸਭਾ ਸੀਗਾਰਾ। ਅਤੇ ਭਾਈ ਪੰਡਤ ਰਾਏ ਇਹ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਸਭਾ, ਗੁਰੂ ਜੀ ਦੇ ਦਰਬਾਰ ਦੇ ਸ਼ਿੰਗਾਰ ਸਨ। ਬੜੇ ਪਿਆਰੇ ਸਿੱਖ ਸੀ। ਜਿਵੇਂ ਸਤਿਗੁਰੂ ਕਲਗੀਧਰ ਮਹਾਰਾਜ ਜੀ ਦੀ ਸਭਾ ਦੇ ਸ਼ਿੰਗਾਰ 52 ਪ੍ਰਸਿੱਧ ਕਵੀ ਸੀ, ਸੋ ਮਹਾਰਾਜ ਪੰਚਮ ਪਾਤਸ਼ਾਹ ਜੀ ਦੀ ਸਭਾ ਦੇ ਇਹ ਸ਼ਿੰਗਾਰੀ ਸਿੱਖ ਸਨ। ਬੜੇ ਪਿਆਰ ਨਾਲ ਸੇਵਾ ਕਰਿਆ ਕਰਦੇ ਸੀ, ਗੁਰੂ ਕਾ ਬਚਨ ਕਮਾਉਂਦੇ ਸਨ। ਸੁਹੜ ਤਿਲੋਕਾ ਸੂਰਮਾ, ਸਿੱਖ ਸਮੁੰਦਾ ਸਨਮੁਖ ਸਾਰਾ। ਭਾਈ ਤਿਲੋਕਾ ਇਹ ਸੁਹੜ ਜਾਤ ਦੇ ਸਨ। ਇਹ ਵੀ ਇੱਕ ਖੱਤਰੀਆਂ ਦੇ ਵਿੱਚੋਂ ਜਾਤ ਹੁੰਦੀ ਹੈ। ਭਾਈ ਗੁਰਦਾਸ ਜੀ ਦਾ ਮਤਲਬ ਇੰਨਾ ਹੈ ਵੀ ਇਹਨਾਂ ਦੀ ਇੱਕ ਉਸ ਵੇਲੇ ਪਹਿਚਾਣ ਸੀ। ਬਾਕੀ ਮਹਾਰਾਜ ਨੇ ਇਹ ਬਿਲਕੁਲ ਨਹੀਂ ਰੱਖਿਆ ਵੀ ਕਿਸੇ ਇੱਕ ਜਾਤ ਦਾ ਗੋਤ ਦੇ ਲੋਕਾਂ ਨੂੰ ਹੀ ਸਿੱਖਿਆ ਦੇਣੀ ਹੈ। ਪਾਤਸ਼ਾਹ ਜੀ ਕਹਿੰਦੇ ਕੋਈ ਵੀ ਹੋਵੇ, ਗੁਰੂ ਦੇ ਦਰ 'ਤੇ ਆ ਕੇ ਫਿਰ ਇਹਨਾਂ ਦੀ ਜਾਤ ਪਾਤ ਮੁੱਕ ਜਾਂਦੀ ਹੈ। ਸਿੱਖੀ ਨੂੰ ਧਾਰਨ ਕਰਕੇ ਫਿਰ ਗੁਰੂ ਕੇ ਸਿੱਖ ਰਹਿ ਜਾਂਦੇ। ਸੋ ਹਰ ਜਾਤ ਹਰ ਗੋਤ ਦੇ ਲੋਕ ਮੇਰੇ ਸਤਿਗੁਰੂ ਕੋਲ ਆਏ। ਸਾਰਿਆਂ ਨੂੰ ਸਤਿਗੁਰੂ ਨੇ ਸਿੱਖਿਆ ਦਿੱਤੀ। ਜਿਹੜੇ ਸੰਸਾਰ ਦੇ ਲੋਕ ਜਾਤਾਂ ਗੋਤਾਂ ਦੇ ਵਿੱਚ ਵੰਡੇ ਸੀ, ਮਹਾਰਾਜ ਨੇ ਇਹ ਨਹੀਂ ਕਿਹਾ ਵੀ ਫਲਾਣੇ ਵਾਸਤੇ ਇਹ ਸਿੱਖਿਆ ਹੈ, ਫਲਾਣੇ ਨੂੰ ਇਹ ਉਪਦੇਸ਼ ਹੈ। ਸਾਰਿਆਂ ਨੂੰ ਸਾਂਝਾ ਉਪਦੇਸ਼ ਦਿੱਤਾ। ਖੱਤਰੀ, ਬ੍ਰਾਹਮਣ, ਸ਼ੂਦ, ਵੈਸ
ਉਪਦੇਸ ਚਹੁ ਵਰਨਾ ਕੋ ਸਾਂਝਾ। ਸਤਿਗੁਰੂ ਦੀ ਸਾਂਝੀ ਸਿੱਖਿਆ ਹੈ। ਸੋ ਇਹ ਮਹਾਰਾਜ ਦੇ ਸਾਰੇ ਪਿਆਰੇ ਸਿੱਖ ਨੇ। ਸੋਹੜ ਤਿਲੋਕਾ ਸੂਰਮਾ, ਭਾਈ ਤਿਲੋਕਾ ਸੋਹੜ ਸਨ ਤੇ ਵੱਡੇ ਸੂਰਮੇ ਸਨ, ਬਹਾਦਰ ਸਨ। ਸਿੱਖ ਸਮੁੰਦਾ ਸਨਮੁਖ ਸਾਰਾ, ਭਾਈ ਸਮੁੰਦਾ ਇਹ ਸ੍ਰੇਸ਼ਟ ਗੁਰੂ ਕੇ ਸਨਮੁਖ ਸਿੱਖ ਸਨ। ਮਹਾਰਾਜ ਦੇ ਸਨਮੁਖ ਰਹਿ ਕਰਕੇ, ਸਤਿਗੁਰੂ ਦੀ ਹਜ਼ੂਰੀ ਵਿੱਚ ਰਹਿ ਕੇ ਇਹਨਾਂ ਨੇ ਸਿੱਖੀ ਦੀ ਕਮਾਈ ਕੀਤੀ। ਕੁੱਲਾ ਭੁੱਲਾ ਝੰਜੀਆ, ਭਾਗੀਰਥ ਸੋਇਨੀ ਸਚਿਆਰਾ। ਭਾਈ ਕੁੱਲਾ ਤੇ ਭਾਈ ਭੁੱਲਾ ਇਹ ਝੰਜੀ ਜਾਤੀ ਦੇ ਸਨ। ਇਹ ਵੀ ਖੱਤਰੀਆਂ ਦੀ ਇੱਕ ਜਾਤ ਹੈ, ਝੰਜੀ। ਕੁੱਲਾ ਭੁੱਲਾ ਝੰਜੀਆ, ਭਾਗੀਰਥ ਸੋਇਨੀ ਸਚਿਆਰਾ। ਭਾਈ ਭਾਗੀਰਥ ਇਹ ਸੋਇਨੀ ਜਾਤ ਦੇ ਸਨ। ਇਹ ਪਿਆਰੇ ਸਚਿਆਰ ਸਿੱਖ ਹੋਏ ਹੈ। ਸਚਿਆਰ, ਉੱਚਾ ਸੁੱਚਾ ਜੀਵਨ ਸੀ ਇਹਨਾਂ ਗੁਰੂ ਕੇ ਸਿੱਖਾਂ ਦਾ। ਭਾਈ ਕੁੱਲਾ, ਭਾਈ ਭੁੱਲਾ ਤੇ ਭਾਈ ਭਗੀਰਥ ਮਹਾਰਾਜ ਦੇ ਸ਼ਬਦ ਨੂੰ ਸੁਣ ਕੇ ਕਮਾਈ ਕਰਕੇ ਜੀਵਨ ਸਫਲ ਬਣਾਇਆ। ਲਾਲੂ ਬਾਲੂ ਵਿਜ ਹਨ, ਹਰਖਵੰਤ ਹਰਦਾਸ ਪਿਆਰਾ। ਭਾਈ ਲਾਲੂ ਤੇ ਭਾਈ ਬਾਲੂ ਇਹ ਵਿਜ ਜਾਤੀ ਦੇ ਸਨ। ਹਰਖਵੰਤ ਹਰਦਾਸ ਪਿਆਰਾ ਤੇ ਭਾਈ ਹਰਦਾਸ ਇਹ ਸਤਿਗੁਰੂ ਦੇ ਪ੍ਰਸੰਨ ਚਿੱਤ ਰਹਿਣ ਵਾਲੇ ਪਿਆਰੇ ਸਿੱਖ ਸਨ। ਸਦਾ ਹੀ ਪ੍ਰਸੰਨ ਚਿੱਤ ਰਹਿੰਦੇ ਸੀ, ਸਦਾ ਖਿੜੇ ਰਹਿਣਾ, ਟਹਿਕਦੇ ਰਹਿਣਾ। ਜਿਵੇਂ ਹਮੇਸ਼ਾ ਹੀ ਫੁੱਲ ਖਿੜਿਆ ਹੋਇਆ ਹੁੰਦਾ ਨਾ, ਜਦੋਂ ਰੁੱਤ ਆਉਂਦੀ ਹੈ ਫੁੱਲ ਖਿੜਦੇ ਨੇ ਉਹਨਾਂ ਦਾ ਖੇੜਾ, ਇਸ ਤਰ੍ਹਾਂ ਇਹਨਾਂ ਦਾ ਹਿਰਦਾ ਖਿੜਿਆ ਸੀ। ਪ੍ਰਸੰਨ ਚਿੱਤ, ਕਦੇ ਵੀ ਮੱਥੇ ਵੱਟ ਨਹੀਂ ਪਾਇਆ। ਸ਼ਬਦ ਦੇ ਨਾਲ ਜੁੜ ਕੇ ਤੇ ਧਰਮ ਦੀ ਕਿਰਤ ਕਰਦਿਆਂ, ਸਿਮਰਨ ਬੰਦਗੀ ਕਰਦਿਆਂ ਆਪਣੇ ਜੀਵਨ ਨੂੰ ਇਹਨਾਂ ਨੇ ਸਫਲ ਬਣਾਇਆ। ਧੀਰ ਨਿਹਾਲੂ ਤੁਲਸੀਆ, ਬੂਲਾ ਚੰਡੀਆ ਬਹੁ ਗੁਣਿਆਰਾ। ਇਸੇ ਤਰ੍ਹਾਂ ਭਾਈ ਧੀਰ, ਭਾਈ ਨਿਹਾਲੂ ਤੇ ਭਾਈ ਤੁਲਸੀਆ, ਭਾਈ ਬੂਲਾ ਤੇ ਭਾਈ ਚੰਡੀਆ। ਭਾਈ ਗੁਰਦਾਸ ਜੀ ਕਹਿੰਦੇ ਇਹ ਬਹੁਤ ਹੀ ਗੁਣਵਾਨ ਗੁਰੂ ਕੇ ਸਿੱਖ ਸਨ। ਇਹਨਾਂ ਸਿੱਖਾਂ ਦੇ ਜੀਵਨ ਦੇ ਵਿੱਚ ਗੁਣ ਸੀ। ਸਤਿਗੁਰੂ ਵੀ ਇਹਨਾਂ ਸਿੱਖਾਂ ਨੂੰ ਪਿਆਰ ਕਰਦੇ ਸੀ ਔਰ ਇਹ ਸਿੱਖ ਵੀ ਗੁਰੂ ਨੂੰ ਬਹੁਤ ਪਿਆਰ ਕਰਦੇ ਸਨ, ਕਿਉਂਕਿ ਗੁਰੂ ਗੁਣਾਂ ਨੂੰ ਵੇਖਦਾ ਹੈ। ਜਿਨ੍ਹਾਂ ਸਿੱਖਾਂ ਦੇ ਜੀਵਨ ਵਿੱਚ ਗੁਣ ਹੁੰਦੇ ਹੈ ਨਾ, ਮਹਾਰਾਜ ਉਹਨਾਂ 'ਤੇ ਬਹੁਤ ਜ਼ਿਆਦਾ ਪ੍ਰਸੰਨ ਹੁੰਦੇ ਹੈ। ਔਰ ਜੀਵਨ ਦੇ ਵਿੱਚ ਗੁਣਾਂ ਦੀ ਹੀ ਇਕੱਤਰਤਾ ਕਰਨੀ ਹੈ ਸਿੱਖ ਨੇ। ਪਰ ਸੰਸਾਰੀ ਲੋਕ ਆਮ ਪਤਾ ਕੀ ਕਰਦੇ ਹੈ, ਉਹ ਔਗਣਾਂ ਨੂੰ ਇਕੱਤਰ ਕਰਦੇ ਹੈ। ਲੋਕ ਅਵਗਣਾ ਕੀ ਬੰਨ੍ਹੈ ਗੰਠੜੀ, ਗੁਣ ਨਾ ਵਿਹਾਜੈ ਕੋਇ। ਮਹਾਰਾਜ ਕਹਿੰਦੇ ਔਗਣਾਂ ਦੀ ਪੰਡ ਬੰਨ੍ਹ ਲੈਂਦੇ ਹੈ, ਗੁਣਾਂ ਦਾ ਤਾਂ ਕੋਈ ਵਪਾਰ ਹੀ ਨਹੀਂ ਕਰਦਾ। ਕੋਈ ਵਿਰਲਾ ਸਿੱਖ ਹੁੰਦਾ ਜਿਹੜਾ ਗੁਣਾਂ ਨੂੰ ਧਾਰਨ ਕਰਦਾ ਹੈ। ਸਿੱਖ ਦਾ ਜੀਵਨ ਗੁਰੂ ਦੀਆਂ ਨਜ਼ਰਾਂ ਵਿੱਚ ਤਾਂ ਪ੍ਰਵਾਨ ਹੈ, ਉਹ ਭੇਖ ਦਾ ਸਿੱਖ ਨਾ ਹੋਵੇ, ਉਹ ਗੁਣਾਂ ਵਾਲਾ ਹੋਵੇ। ਤਾਂ ਹੀ ਸਤਿਗੁਰੂ ਉਹਦੇ 'ਤੇ ਰਹਿਮਤ ਕਰਦੇ ਹੈ, ਕਿਰਪਾ ਕਰਦੇ ਹੈ। ਗੋਖੂ ਟੋਡਾ ਮਹਿਤਿਆ, ਤੋਤਾ ਮੱਧੂ ਸ਼ਬਦ ਵਿਚਾਰਾ। ਇਸੇ ਤਰ੍ਹਾਂ ਇਹ ਗੁਰੂ ਕੇ ਸਿੱਖ ਭਾਈ ਗੋਖੂ, ਭਾਈ ਟੋਡਾ ਮਹਿਤਾ, ਭਾਈ ਤੋਤਾ ਤੇ ਭਾਈ ਮੱਧੂ ਇਹ ਸ਼ਬਦ ਦੀ ਵਿਚਾਰ ਕਰਨ ਵਾਲੇ ਸਿੱਖ ਹੋਏ ਹੈ। ਸ਼ਬਦ ਦੇ ਵਿਚਾਰਵਾਨ ਸਨ, ਵਿਦਵਾਨ ਸਨ, ਉੱਚੇ ਸੁੱਚੇ ਜੀਵਨ ਵਾਲੇ ਸੀ। ਜਿੱਥੇ ਆਪ ਸ਼ਬਦ ਦੀ ਵਿਚਾਰ ਕਰਕੇ ਉਪਦੇਸ਼ ਦੇ ਧਾਰਨੀ ਬਣਦੇ ਸਨ, ਹੋਰਾਂ ਨੂੰ ਵੀ ਸ਼ਬਦ ਦੇ ਭਾਵ ਅਰਥ ਦੱਸ ਕੇ ਤੇ ਹੋਰਾਂ ਨੂੰ ਵੀ ਸਿੱਖੀ ਜੀਵਨ ਦੇ ਵਿੱਚ ਲੈ ਕੇ ਆਉਂਦੇ ਸੀ। ਇਹ ਐਸੇ ਵਿਚਾਰਵਾਨ ਸਿੱਖ ਸਨ। ਝਾਂਜੂ ਅਤੇ ਮੁਕੰਦ ਹੈ, ਕੀਰਤਨ ਕਰੈ ਹਜੂਰ ਕਿਦਾਰਾ। ਭਾਈ ਝਾਂਜੂ, ਭਾਈ ਮੁਕੰਦ ਤੇ ਭਾਈ ਕਿਦਾਰਾ ਇਹ ਤਿੰਨੇ ਸਿੱਖ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਦੇ ਕੋਲ ਆਏ ਅਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਨਮਸਕਾਰ ਕਰਕੇ ਬੇਨਤੀ ਕੀਤੀ, ਮਹਾਰਾਜ ਸਾਡੀ ਕਿਵੇਂ ਕਲਿਆਣ ਹੋਵੇ। ਪਾਤਸ਼ਾਹ ਜੀ ਨੇ ਵੇਖਿਆ ਇਹ ਰਾਗ ਵਿਦਿਆ ਦੇ ਜਾਣੂ ਸਨ,
ਭਾਈ ਝਾਂਜੂ, ਭਾਈ ਮੁਕੰਦ ਤੇ ਭਾਈ ਕੇਦਾਰਾ, ਤਿੰਨੇ ਹੀ ਰਾਗ ਵਿਦਿਆ ਜਾਣਦੇ ਸੀ। ਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਤੁਹਾਨੂੰ ਰਾਗ ਦੀ ਸੋਝੀ ਹੈ, ਤੁਸੀਂ ਇੱਦਾਂ ਕਰਿਆ ਕਰੋ, ਰਾਗ ਦੇ ਵਿੱਚ ਗੁਰੂ ਕੀ ਬਾਣੀ ਦੇ ਸ਼ਬਦ ਪਾ ਕੇ ਗਾਇਆ ਕਰੋ, ਕੀਰਤਨ ਕਰਿਆ ਕਰੋ, ਤੁਹਾਡਾ ਵੀ ਭਲਾ ਹੋਵੇਗਾ, ਤੁਹਾਡੇ ਪਰਿਵਾਰ ਦਾ ਵੀ, ਤੇ ਜਿਹੜੇ ਕੀਰਤਨ ਸਰਵਣ ਕਰਦੇ ਆ ਉਹਨਾਂ ਦਾ ਵੀ ਭਲਾ ਹੋਵੇਗਾ। ਅਸੀਂ ਸਤਿਗੁਰੂ ਦਾ ਵਚਨ ਗੁਰਬਾਣੀ ਵਿੱਚ ਪੜ੍ਹਦੇ ਹਾਂ, ਕਲਯੁਗ ਮਹਿ ਕੀਰਤਨ ਪ੍ਰਧਾਨਾ, ਗੁਰਮੁਖ ਜਪੀਐ ਲਾਏ ਧਿਆਨਾ, ਆਪ ਤਰੈ ਸਗਲੇ ਕੁਲ ਤਾਰੇ, ਹਰ ਦਰਗਹਿ ਪਤ ਸਿਉ ਜਾਏ ਦਾ। ਜਿਹੜਾ ਭਾਵਨਾ ਦੇ ਨਾਲ ਗੁਰੂ ਪਿਆਰ ਦੇ ਵਿੱਚ ਭਿੱਜ ਕੇ ਅੰਮ੍ਰਿਤ ਬਾਣੀ ਦਾ ਕੀਰਤਨ ਕਰਦਾ ਹੈ, ਮਹਾਰਾਜ ਕਹਿੰਦੇ ਇਹ ਪ੍ਰਧਾਨ ਹੈ, ਮੁੱਖ ਹੈ ਸਾਧਨ ਸੰਸਾਰ ਤੋਂ ਪਾਰ ਹੋਣ ਦਾ, ਗੁਰੂ ਕੀ ਬਾਣੀ ਦਾ ਕੀਰਤਨ ਕਰਨਾ। ਆਪ ਵੀ ਤਰਦਾ ਹੈ ਅਤੇ ਉਹਦਾ ਕੁਟੁੰਬ ਪਰਿਵਾਰ ਵੀ ਤਰ ਜਾਂਦਾ ਹੈ ਜਦੋਂ ਕੀਰਤਨ ਦੇ ਨਾਲ ਜੁੜ ਜਾਂਦਾ ਹੈ, ਅਤੇ ਕੀਰਤਨ ਰਾਹੀਂ ਜੋ ਸਤਿਗੁਰੂ ਨੇ ਉਪਦੇਸ਼ ਦਿੱਤਾ ਉਹਨੂੰ ਜੀਵਨ ਵਿੱਚ ਕਮਾ ਲੈਂਦਾ ਹੈ। ਸੋ ਇਹਨਾਂ ਤਿੰਨਾਂ ਗੁਰਸਿੱਖਾਂ ਨੇ ਕੀਰਤਨ ਕਰਕੇ ਆਪਣੇ ਜੀਵਨ ਨੂੰ ਸਫਲ ਬਣਾਇਆ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਆਪ ਵੀ ਸਰੰਦੇ ਦੇ ਨਾਲ ਕੀਰਤਨ ਕਰਿਆ ਕਰਦੇ ਸਨ। ਗੁਰੂ ਘਰ ਦੇ ਵਿੱਚ ਪਹਿਲਾਂ ਤੰਤੀ ਸਾਜ਼ਾਂ ਦੇ ਨਾਲ ਕੀਰਤਨ ਹੁੰਦਾ ਸੀ। ਹੁਣ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਯਤਨ ਕਰ ਰਹੀ ਹੈ ਵੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ ਤੰਤੀ ਸਾਜ਼ਾਂ ਦੇ ਨਾਲ ਹੀ ਕੀਰਤਨ ਹੋਵੇ। ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਇਹ ਕਿਹਾ ਵੀ ਗਿਆ ਹੈ ਵੀ ਜਿੰਨਾ ਵੀ ਸਮਾਂ ਲੱਗੇ 2 ਸਾਲ 3 ਸਾਲ 2-3 ਸਾਲ ਤੱਕ ਜਿਹੜੇ ਹਾਰਮੋਨੀਅਮ ਨੇ, ਵਾਜੇ ਨੇ, ਇਹ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਬਾਹਰ ਕਰ ਦਿੱਤੇ ਜਾਣ। ਗੁਰੂ ਕਾਲ ਵੇਲੇ ਦੀ ਜੋ ਪਰੰਪਰਾ ਮਰਿਆਦਾ ਹੈ, ਜਿਵੇਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ ਤੰਤੀ ਸਾਜ਼ਾਂ ਦੇ ਨਾਲ ਪਹਿਲਾਂ ਕੀਰਤਨ ਹੁੰਦਾ ਸੀ, ਉਸ ਤਰ੍ਹਾਂ ਹੀ ਤੰਤੀ ਸਾਜ਼ਾਂ ਦੇ ਨਾਲ ਕੀਰਤਨ ਹੋਵੇ। ਸੋ ਇਹ ਸਿੱਖ ਤੰਤੀ ਸਾਜ਼ਾਂ ਨਾਲ ਕੀਰਤਨ ਕਰਦੇ ਸੀ। ਭਾਈ ਝਾਂਜੂ, ਭਾਈ ਮੁਕੰਦ, ਭਾਈ ਕੇਦਾਰਾ ਕੀਰਤਨ ਕਰਦੇ ਗੁਰੂ ਜੀ ਦੇ ਹਜ਼ੂਰ ਅਤੇ ਸਤਿਗੁਰੂ ਜੀ ਦੀ ਪ੍ਰਸੰਨਤਾ ਹਾਸਲ ਕਰਦੇ ਰਹੇ ਹੈ। ਸਾਧ ਸੰਗਤ ਪ੍ਰਗਟ ਪਹਾਰਾ, ਸਾਧ ਸੰਗਤ ਕਰਕੇ ਇਹਨਾਂ ਸਾਰੇ ਗੁਰਸਿੱਖਾਂ ਦਾ ਤੇਜ ਪ੍ਰਤਾਪ ਪ੍ਰਗਟ ਹੋਇਆ ਅਤੇ ਸਾਧ ਸੰਗਤ ਵਿੱਚ ਇਹ ਸਾਰੇ ਗੁਰੂ ਕੇ ਸਿੱਖ ਜਿਹੜੇ ਹੈ ਇਹ ਪ੍ਰਗਟ ਪ੍ਰਤਾਪ ਵਾਲੇ ਹੋਏ ਹੈ। ਸਤਿਗੁਰੂ ਮਹਾਰਾਜ ਜੀ ਤੋਂ ਇਹਨਾਂ ਸਿੱਖਾਂ ਨੇ ਵੱਡੀਆਂ ਰਹਿਮਤਾਂ ਪ੍ਰਾਪਤ ਕੀਤੀਆਂ। ਸੋ ਇਹ ਜਿਨ੍ਹਾਂ ਸਿੱਖਾਂ ਦਾ ਜ਼ਿਕਰ ਕੀਤਾ ਹੈ, ਇਹ ਸਾਰੇ ਉੱਚੇ ਸੁੱਚੇ ਜੀਵਨ ਵਾਲੇ, ਸਿੱਖੀ ਨੂੰ ਕਮਾਉਣ ਵਾਲੇ ਸਿੱਖ ਹੋਏ ਹੈ। ਸਤਿਗੁਰੂ ਮਿਹਰ ਕਰਨ। ਵਿਚਾਰਾਂ ਕਰਦੇ ਹਾਂ ਬੇਅੰਤ ਭੁੱਲਾਂ ਹੋ ਗਈਆਂ ਹੋਣਗੀਆਂ। ਧੰਨ ਗੁਰੂ ਗ੍ਰੰਥ ਸਾਹਿਬ ਜੀ, ਗੁਰੂ ਸੰਗਤ ਨੇ ਭੁੱਲਾਂ ਦੀ ਖਿਮਾ ਬਖਸ਼ਣੀ, ਅਗਾਂਹ ਵਾਸਤੇ ਸੁਮਤ ਬਖਸ਼ਣੀ ਜੀ। ਝਾਂਜੂ ਅਤੇ ਮੁਕੰਦ ਹੈ, ਕੀਰਤਨ ਕਰੈ ਹਜੂਰ ਕੇਦਾਰਾ, ਸਾਧ ਸੰਗਤ ਪ੍ਰਗਟ ਪਹਾਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ